ਅੱਜ ਵੀ ਕਾਫੀ ਸਟੂਡੈਂਟਸ ਨਿਊ ਐਡ ਹੋਏ ਨੇ। ਜਿਹੜੇ ਸਟੂਡੈਂਟਸ ਨਿਊ ਐਡ ਹੋਏ ਨੇ ਉਹਨਾਂ ਸਾਰਿਆਂ ਦਾ ਵੈਲਕਮ ਹੈ। ਤੇ ਮੈਂ ਲਾਸਟ ਟਾਈਮ ਵੀ ਕਿਹਾ ਸੀ ਵੀ ਜਿੰਨਾ ਸਟੂਡੈਂਟਸ ਨੂੰ ਵੀਡੀਓਜ਼ ਚਾਹੀਦੀਆਂ ਨੇ ਪ੍ਰੀਵੀਅਸ ਲੈਕਚਰ ਦੀਆਂ, ਉਹ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੈ ਤੇ ਉਹਨਾਂ ਨੂੰ ਜਿਹੜੀ ਕੀ ਹੈ ਵੀਡੀਓ ਦਾ ਲਿੰਕ ਹੈ ਮੈਂ ਸ਼ੇਅਰ ਕਰ ਦੂੰਗਾ। ਅਗਰ ਤੁਸੀਂ ਪ੍ਰੀਵੀਅਸ ਜਿਹੜੀ ਕੀ ਹੈ ਕਲਾਸਿਸ ਨੇ ਉਹ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ, ਕੋਈ ਦਿੱਕਤ ਨਹੀਂ ਹੈਗੀ। ਇਹ ਲੜਕਾ ਗੁਰਸੇਵਕ ਸਿੰਘ, ਤੁਸੀਂ ਅੱਜ ਨਿਊ ਐਡ ਹੋਏ ਹੋ ਨਾ? ਫਸਟ ਕਲਾਸ ਹੈ ਤੁਹਾਡੀ? ਹਾਂਜੀ ਫਸਟ ਕਲਾਸ ਹੈ ਜੀ। ਠੀਕ ਹੈ ਬੇਟਾ, ਠੀਕ ਹੈ, ਓਕੇ। ਇੱਕ ਜਿਹੜੇ ਸਟੂਡੈਂਟਸ ਅੱਜ ਫਸਟ ਟਾਈਮ ਜੁਆਇਨ ਹੋ ਰਹੇ ਹੋ ਨਾ, ਤੁਹਾਡੇ ਮਤਲਬ ਮੋਬਾਈਲ ਫੋਨ 'ਚ ਨਾ ਇੱਕ ਹੈਂਡ ਰੇਜ਼ ਦੀ ਆਪਸ਼ਨ ਹੁੰਦੀ ਹੈ ਨਾ, ਉਹਦੇ ਤੋਂ ਆਪਣਾ ਆਪਣਾ ਹੈਂਡ ਰੇਜ਼ ਕਰਿਓ ਤਾਂ ਕਿ ਮੈਨੂੰ ਪਤਾ ਲੱਗੇ ਵੀ ਕਿੰਨੇ ਸਟੂਡੈਂਟਸ ਨੇ ਜਿਹੜੇ ਨਿਊ ਐਡ ਹੋਏ ਨੇ ਅੱਜ। ਓਕੇ 1 2 3 4 ਓਕੇ 4 ਸਟੂਡੈਂਟਸ ਨੇ ਜਿਹੜੇ ਅੱਜ ਨਿਊ ਐਡ ਹੋਏ ਨੇ। ਠੀਕ ਹੈ ਬੱਚੇ, ਓਕੇ। ਨਾਜੂ ਮਿੱਤਲ ਦੀ ਆਈਡੀ ਕਿਹਦੀ ਹੈ ਜੀ? ਆਪਣੀ ਵੀਡੀਓ ਔਨ ਕਰਿਓ ਬੱਚੇ। Who is ਨਾਜੂ ਮਿੱਤਲ? ਨਾਜੂ ਮਿੱਤਲ ਦੀ ਆਈਡੀ ਕਿਹਦੇ ਤੇ ਹੈ ਜੀ? ਮੈਂ ਪੁੱਛਣਾ ਨਹੀਂ, ਮੈਂ ਇਸ ਤੋਂ ਬਾਅਦ ਰਿਮੂਵ ਕਰੂੰਗਾ ਤੁਹਾਨੂੰ। ਹਾਂਜੀ ਬੱਚੇ, ਨਾਜੂ ਮਿੱਤਲ ਦੀ ਆਈਡੀ ਕਿੰਨਾ ਦੀ ਹੈ? ਪਲੀਜ਼ ਆਪਣੀ ਵੀਡੀਓ ਨੂੰ ਔਨ ਕਰੋ 1 ਮਿੰਟ ਦੇ ਲਈ। ਗੁਰਸੇਵਕ ਸਿੰਘ, ਤੁਸੀਂ ਆਪਣੀ ਵੀਡੀਓ ਨੂੰ ਬੰਦ ਕਰ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਨਾਜੂ ਮਿੱਤਲ, ਬੱਚੇ ਆਪਣੀ ਵੀਡੀਓ ਔਨ ਕਰਿਓ ਇੱਕ ਵਾਰੀ। गुड मॉर्निंग सर। गुड मॉर्निंग जी, गुड मॉर्निंग। बच्चे नाजू मित्तल दी आईडी कितना ओए सर वीडियो क्या सी ये कहते वीडियो ऑन करो फिर एक मिनट कर ले वीडियो ऑन। एक मिनट बच्चे डॉट मेक नॉइज नाजू मित्तल, नहीं अदरवाइज मैनू रिमूव करना पऊगा जी तुहानू। हाँ जी बच्चे, विदिन 1 मिनट आप लैक्चर स्टार्ट करते हैं। मैं तुहानू पहले दस्सिया भी जिहड़ा भी की है लैक्चर दे विच डिस्टरबेंस क्रिएट करूगा मैं उसनू नाल दी नाल रिमूव कर देना। देखो मैं 4-5 टाइम्स कि इस बच्चे नू मतलब मैं अनाउंस कर चुके हैं, बट इन्हां वालों कोई रिप्लाई नहीं है। ओके, टोटल हो गया जी 61 स्टूडेंट्स। ठीक है जी, चलो जी स्टार्ट करते हैं आप। कोई डिस्टरबेंस नहीं होनी चाहिए, ठीक है, अदरवाइज नाल दी नाल रिमूव। लैक्चर तुसीं ऊपर देख ही रहे हो अपने मोबाइल की स्क्रीन ते कि तुहाडा रिकॉर्ड हो रहा है। ठीक है, अगर किसी को बाद में भी कोई प्रॉब्लम आती है तो तुसीं वो मेरे तो लैक्चर ये लै सकते हो, मैं तुहानू इसका लिंक शेयर कर सकदा।
ਲਾਸਟ ਟਾਈਮ ਵੀ ਇੱਕ ਦੋ ਬੱਚਿਆਂ ਨੇ ਮੈਨੂੰ ਕਿਹਾ ਸੀ ਅੱਜ ਦੇ ਮੈਨੂੰ ਪਤਾ ਹੈ ਉਸ ਗੱਲ ਦਾ ਵੀ, ਉਹ ਲੈਕਚਰ ਨਾ ਹਜੇ ਮੈਂ YouTube ਤੇ ਅਪਲੋਡ ਨਹੀਂ ਕੀਤੇ ਕਿਉਂਕਿ ਪਹਿਲਾਂ ਮੈਨੂੰ ਇਹ ਅਪਲੋਡ ਕਰਨੇ ਪੈਂਦੇ ਆ। ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਅੱਜ ਇਹ ਲੈਕਚਰ ਮੈਂ ਇਹ ਵਾਲਾ ਵੀ ਤੇ ਪ੍ਰੀਵੀਅਸ ਜਿਹੜੇ 2-3 ਆਪਣੇ ਲੈਕਚਰ ਕੰਡਕਟ ਹੋ ਗਏ ਉਹਨਾਂ ਨੂੰ ਮੈਂ YouTube ਤੇ ਅਪਲੋਡ ਕਰਕੇ ਫਿਰ ਜਿਹੜੇ ਕੀ ਹੈ ਬੱਚਿਆਂ ਨੂੰ ਚਾਹੀਦਾ ਸੀ ਮੈਨੂੰ ਇੱਕ ਵਾਰੀ ਦੁਬਾਰਾ ਮਤਲਬ ਮੈਸੇਜ ਕਰਕੇ ਯਾਦ ਕਰਾ ਦਿਓ, ਮੈਂ ਤੁਹਾਨੂੰ ਇਹ ਲੈਕਚਰ ਕੀ ਹੈ ਸ਼ੇਅਰ ਕਰ ਦੂੰ। ਠੀਕ ਹੈ ਜੀ, ਰੈਡੀ ਹੋ, ਕਰੀਏ ਕੰਮ ਸਟਾਰਟ। ਬੱਚੇ ਆਹ ਦੇਖੋ ਜਿਹੜੀ ਜਿਹੜੀ ਸ਼ੈਤਾਨੀ ਕਰ ਰਹੇ ਹੋ ਨਾ, ਮੈਂ ਤੁਹਾਨੂੰ ਕਿਹਾ ਵੀ ਦੇਖੋ ਤੁਹਾਡੀ ਰਿਕਾਰਡਿੰਗ ਲੱਗੀ ਹੋਈ ਹੈ ਤਾਂ ਕਿਸੇ ਤਰ੍ਹਾਂ ਦੀ ਕੋਈ ਵੀ ਇੱਕ ਬੱਚਾ ਸਿੰਗਲ ਬੱਚਾ ਵੀ ਕਿਸੇ ਤਰ੍ਹਾਂ ਦੀ ਕੋਈ ਮਿਸਟੇਕ ਨਾ ਕਰਿਓ। ਹਾਂਜੀ ਕरिए बच्चे स्टार्ट, आर यू रेडी? यस सर। ओके गुड, ठीक है जी। चलो लास्ट टाइम बच्चे ਅਸੀਂ ਕਨਕੇਵ ਗੁੱਡ, ਠੀਕ ਹੈ ਜੀ। ਲਾਸਟ ਟਾਈਮ ਅਸੀਂ ਬੱਚੇ ਕਨਕੇਵ ਮਿਰਰ ਬਾਰੇ ਗੱਲ ਕੀਤੀ ਸੀਗੀ, ਮੈਂ ਥੋੜਾ ਜਿਹਾ ਦੁਬਾਰਾ ਸਟਾਰਟ ਕਰਾ ਦਣਾ। ਕਨਕੇਵ ਮਿਰਰ, ਕਨਕੇਵ ਮਿਰਰ ਕੀ ਸੀਗਾ? ਜਿਹੜਾ ਸਫੈਰਿਕਲ ਮਿਰਰ ਦਾ ਹੀ ਇੱਕ ਪਾਰਟ ਹੈ ਜਿਸ ਦੀ ਜਿਹੜੀ ਸ਼ੇਪ ਹੈ ਕੁਝ ਇਸ ਤਰੀਕੇ ਦੀ ਸੀਗੀ। ਇਹਦੀ ਜਿਹੜੀ ਆਊਟਰ ਸਰਫੇਸ ਹੈ ਉਹਨੂੰ ਅਸੀਂ ਪਾਲਿਸ਼ ਕਰਦੇ ਹਾਂ ਤੇ ਜਿਹੜੀ ਇਹਦੀ ਇਨਰ ਸਾਈਡ ਹੈ ਉਹ ਰਿਫਲੈਕਟਿੰਗ ਹੁੰਦੀ ਹੈ। ਤੇ ਫਿਰ ਅਸੀਂ ਡਰਾ ਕੀਤਾ ਸੀ ਇਹਦੇ ਬਿਲਕੁਲ ਮਿਡ ਤੋਂ ਇੱਕ ਪ੍ਰਿੰਸੀਪਲ ਐਕਸਿਸ, ਇਹਨੂੰ ਅਸੀਂ ਕੀ ਬੋਲਿਆ ਸੀਗਾ? ਪ੍ਰਿੰਸੀਪਲ ਐਕਸਿਸ। ਤੇ ਪ੍ਰਿੰਸੀਪਲ ਐਕਸਿਸ ਤੇ ਕੁਝ ਅਸੀਂ ਪੁਆਇੰਟਸ ਦਿਖਾਏ ਸੀਗੇ, ਜਿਵੇਂ ਜਿਹੜਾ ਮਿਡ ਪੁਆਇੰਟ ਹੈ ਇਹਨੂੰ ਅਸੀਂ ਬੋਲਿਆ ਸੀ ਪੋਲ। ਸਪੋਜ਼ ਕਰ ਸਕਦੇ ਹੋ ਤੁਸੀਂ ਇੱਥੇ ਦਾ ਸੈਂਟਰ ਆਫ ਕਰਵੇਚਰ, ਠੀਕ ਹੈ ਜੀ। ਤੇ ਸੈਂਟਰ ਆਫ ਕਰਵੇਚਰ ਦੇ ਪੋਲ ਦੇ ਬਿਲਕੁਲ ਐਗਜ਼ੈਕਟ ਤੁਸੀਂ ਕਹਿ ਸਕਦੇ ਹੋ ਮਿਡ ਦੇ ਵਿੱਚ ਇੱਕ ਪੁਆਇੰਟ ਹੁੰਦਾ ਜਿਹਨੂੰ ਅਸੀਂ ਬੋਲਿਆ ਸੀ ਪ੍ਰਿੰਸੀਪਲ ਫੋਕਸ, ਠੀਕ ਹੈ ਜੀ। ਸੈਂਟਰ ਤੋਂ ਬੱਚੇ ਜੋ ਪ੍ਰਿੰਸੀਪਲ ਸੈਂਟਰ ਤੋਂ ਪੋਲ ਤੱਕ ਦਾ ਜਿਹੜਾ ਡਿਸਟੈਂਸ ਹੈ ਬੱਚੇ ਹੁੰਦਾ ਉਹ ਹੁੰਦਾ ਆਰ, ਜਿਹਨੂੰ ਅਸੀਂ ਬੋਲਿਆ ਸੀ ਰੇਡੀਅਸ ਆਫ ਕਰਵੇਚਰ। ਐਂਡ ਜੋ ਐਫ ਤੋਂ ਪੋਲ ਤੱਕ ਦਾ ਜਿਹੜਾ ਡਿਸਟੈਂਸ ਹੈ ਬੱਚੇ ਇਹ ਹੁੰਦਾ ਸਮਾਲ ਐਫ। ਸਮਾਲ ਐਫ ਨੂੰ ਅਸੀਂ ਕੀ ਬੋਲਦੇ ਹਾਂ? ਫੋਕਲ ਲੈਂਥ। ਦਿਸ ਇਜ਼ ਕਾਲਡ ਫੋਕਲ ਲੈਂਥ, ਠੀਕ ਹੈ ਜੀ। ਤੇ ਆਰ ਕੀ ਸੀ ਆਪਣੇ ਕੋਲੇ? ਆਰ ਇਜ਼ ਅ ਰੇਡੀਅਸ ਆਫ ਕਰਵੇਚਰ, ਰੇਡੀਅਸ ਆਫ ਕਰਵੇਚਰ। ਇਹ ਆਪਾਂ ਲਾਸਟ ਟਾਈਮ ਪੜ ਚੁੱਕੇ ਸੀਗੇ। ਤੇ ਜਿਹੜੀ ਇਹ ਵਾਲੀ ਐਕਸਿਸ ਹੈ ਇਸ ਐਕਸਿਸ ਦਾ ਅਸੀਂ ਨਾਮ ਰੱਖਿਆ ਸੀਗਾ ਪ੍ਰਿੰਸੀਪਲ ਐਕਸਿਸ, ਪ੍ਰਿੰਸੀਪਲ ਐਕਸਿਸ। ਸੋ ਜਿਹੜਾ ਅੱਜ ਦਾ ਆਪਣਾ ਜਿਹੜਾ ਲੈਕਚਰ ਹੈ ਇਹਦੇ ਵਿੱਚ ਅਸੀਂ ਬੱਚੇ ਡਿਸਕਸ ਕਰਾਂਗੇ ਕਿ ਇੱਕ ਕਨਕੇਵ ਮਿਰਰ ਦੇ ਫਰੰਟ ਦੇ ਵਿੱਚ ਅਗਰ ਅਸੀਂ ਕੋਈ ਆਬਜੈਕਟ ਪਲੇਸ ਕਰਦੇ ਆ at different positions, at different positions, ਤਾਂ ਉਸ ਦੀ ਜਿਹੜੀ ਇਮੇਜ ਬਣੇਗੀ ਉਹ ਕੀ ਰੀਅਲ ਬਣੇਗੀ ਜਾਂ ਵਰਚੁਅਲ ਬਣੇਗੀ ਜਾਂ ਇਰੈਕਟ ਬਣੇਗੀ ਜਾਂ ਇਨਵਰਟਡ ਬਣੇਗੀ, ਬਿਹਾਈਂਡ ਦਾ ਮਿਰਰ ਬਣੇਗੀ ਜਾਂ ਇਨ ਦਾ ਫਰੰਟ ਆਫ ਮਿਰਰ ਬਣੇਗੀ। ਇਹ ਸਾਰੇ different ਕੇਸਿਸ ਅਸੀਂ ਡਿਸਕਸ ਕਰਨੇ ਆ। ਕੋਸ਼ਿਸ਼ ਕਰਾਂਗੇ ਕਿ ਸਾਰੇ ਹੋ ਜਾਣ, ਬਾਕੀ ਟਾਈਮ ਤੁਹਾਨੂੰ ਪਤਾ ਹੈ ਜਿਸ ਟਾਈਮ ਦੇ ਅਕੋਰਡਿੰਗ ਜਿੰਨੇ ਕ ਆਪਣੇ ਕੇਸਿਸ ਡਿਸਕਸ ਹੋਏ ਉਹਨੇ ਆਪਾਂ ਵਧੀਆ ਤਰੀਕੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ ਜੀ। ਤਾਂ ਅੱਜ ਅਸੀਂ ਜੋ ਸਟਾਰਟ ਕਰਨ ਜਾ ਰਹੇ ਹਾਂ ਉਹ ਟੌਪਿਕ ਦਾ ਨਾਮ ਹੈਗਾ ਜੀ ਇਮੇਜ ਫਾਰਮੇਸ਼ਨ। ਇਮੇਜ ਫਾਰਮੇਸ਼ਨ ਬਾय ਕਨਕੇਵ ਮਿਰਰ। ਇਹਨਾਂ ਵਿੱਚੋਂ ਕੋਈ ਨਾ ਕੋਈ ਇਮੇਜ ਸਾਨੂੰ ਕੀ ਹੈ ਡਰਾ ਕਰਨੀ ਪੇਪਰ ਦੇ ਵਿੱਚ ਆ ਜਾਂਦੀ ਹੈ ਤੇ ਟੌਪਿਕ ਕਹਿ ਸਕਦੇ ਸੀ ਵੈਰੀ ਇੰਪੋਰਟੈਂਟ ਹੈ। ਪਹਿਲਾਂ ਤਾਂ ਇਹਦੇ ਕੇਸਿਸ ਕੀ ਨੇ ਉਹ ਤੁਹਾਨੂੰ ਮੈਂ ਦੱਸੂਗਾ, ਉਹ ਤੁਹਾਡੇ ਕੇਸਿਸ ਤੁਸੀਂ ਯਾਦ ਕਰਨੇ ਆ, ਫਿਰ ਮੈਂ ਦੱਸੂਗਾ ਬਣਦੇ ਕਿਵੇਂ ਨੇ। ਤੇ ਅੱਜ ਤੁਸੀਂ ਇਸ ਲੈਕਚਰ ਤੋਂ ਬਾਅਦ ਜਿੰਨੇ ਵੀ ਅਸੀਂ ਕੇਸਿਸ ਅੱਜ ਬਣਾਵਾਂਗੇ ਉਹ ਆਪਣੀ ਕਾਪੀਜ਼ ਤੇ ਤੁਸੀਂ ਖੁਦ ਬਣਾ ਕੇ ਦੇਖਣੇ ਆ, ਠੀਕ ਹੈ ਜੀ। ਤਾਂ ਬੱਚੇ ਮੈਂ ਇੱਕ ਟੇਬਲ ਬਣਾ ਲੈਣਾ ਇੱਥੇ ਇੱਕ,
बच्चे होर भी ऐड हो रहे हैं बट काफी लेट ऐड हो रहे हैं। तो बच्चे ਇਹਦੇ ਵਿੱਚ ਕੀ ਹੈਗਾ, ਇਹ ਕੇਸਿਸ ਕਿਸ ਤਰੀਕੇ ਨਾਲ ਯਾਦ ਕਰਨੇ ਆ, ਮੈਂ ਤੁਹਾਨੂੰ ਇਹਦਾ ਵੀ ਸੌਖਾ ਤਰੀਕਾ ਦੱਸੂਗਾ। ਇੱਥੇ ਆ ਗਿਆ ਬੱਚੇ ਆਪਣੇ ਕੋਲ ਸੀਰੀਅਲ ਨੰਬਰ, ठीक है। ਇੱਥੇ ਆ ਗਿਆ ਆਪਣੇ ਕੋਲ पोजीशन ऑफ ऑब्जेक्ट, पोजीशन ऑफ ऑब्जेक्ट, ठीक है जी। ਤੇ ਇੱਥੇ ਆਪਣੇ ਕੋਲ ਆ ਜਾਊਗਾ पोजीशन ऑफ इमेज, ਤੇ ਇੱਕ ਨਾਲ ਬਾਕਸ ਹੋਰ ਵੀ ਡਰਾ ਕਰ ਲਾਂਗੇ। फिर बच्चे इतने आ जाता अपने को नेचर ऑफ इमेज, नेचर एंड साइज ऑफ इमेज, कि जो इमेज बनेगी उसका नेचर की होगा। तो बच्चे जी ऑब्जेक्ट की पोजीशन है, मैं तुहानू लास्ट टाइम भी दस्सिया सी, इहनूं असीं यू ना लिखते हैं। साइन कन्वेंशनस ने अपने अकॉर्डिंग चेंजेस नहीं करने, कर सकते हो बट उहदे नाल तुहानू की कॉम्प्लीकेशनस आउणगियां। इमेज की पोजीशन की है, वी है, ठीक है। तो बच्चे टोटल जिहड़े साडे कोल केसेस ने वो 6 ने, 1 2 3 4 5 6, मतलब तुसीं इन्हूं 6 क्वेश्चंस मान सकते हो। 6 अलग अलग केसेस ने ते इन्हां दे अलग अलग की क्वेश्चंस आउंदे। ये 6 केसेस किहड़े-किहड़े ने, देखो आ जिवें तुहानूं डायग्राम दिखाई दे रही है ना, कनकेव मिरर दी असीं डायग्राम प्लॉट कीती सीगी, ते इसमें प्रिंसिपल एक्सिस नूं थोड़ा जिहा अगे होर वधा रहे हैं, लाइक। तो केसेस किहड़े-किहड़े ने ध्यान नाल सुननागा। सब तो पहला केस है बच्चे, मतलब असीं बहुत दूर ऑब्जेक्ट नूं की मानदे एट इनफिनिटी, मतलब जिहड़ा साडा फर्स्ट केस होगा उहदे विच असीं की कहांगे, जिहड़ा ऑब्जेक्ट है ऑब्जेक्ट एट इनफिनिटी, तो इनफाइनाइट डिस्टेंस होंदा मतलब होंदा बहुत दूर, बहुत ज्यादा दूर, ठीक है। जिवें सन नूं असीं कह सकते हैं, सन की है, सन साडे लई इनफिनिटी ते है, बहुत ज्यादा दूर है, ठीक है। ते इहदा मतलब हुण इनफिनिटी दा एक्चुअल मतलब होंदा अनडिफाइंड। अनडिफाइंड असीं किस नूं बोलदे हां, जिहड़ा साडे वास्ते डिफाइंड ना होवे नंबर, ठीक है। ते बहुत ज्यादा दूर वाले डिस्टेंसेस नूं असीं इनफाइनाइट डिस्टेंस बोलदा है, ठीक है। फिर असीं सैकेंड की है, ऑब्जेक्ट प्लेस करांगे एट दिस पोजीशन, ये साडा सैकेंड केस होगा। इनू असीं की बोलांगे, देखो सी है ना, सेंटर ऑफ कर्वेचर तो बैक साइड ते ऑब्जेक्ट है, मतलब सैकेंड केस साडा होगा बिहाइंड सेंटर ऑफ कर्वेचर। ਜਦੋਂ ਅਸੀਂ सेंटर ऑफ कर्वेचर तो बिहाइंड ऑब्जेक्ट रखांगे तो उस ऑब्जेक्ट की इमेज किहो जी बनेगी, उसका नेचर किहो जिहा होएगा, उसका साइज किहो जिहा होएगा, असीं डिस्कस करांगे। फिर थर्ड असीं जिहड़ा केस बनावांगे उहनूं असीं ऑब्जेक्ट नूं रखांगे एट सी। थर्ड केस होगा व्हेन ऑब्जेक्ट एट सी, सी मतलब सेंटर ऑफ कर्वेचर। फिर जिहड़ी साडी फोर्थ पोजीशन होगी बच्चे, वो होगी बिटवीन सी एंड एफ, when object is placed between C and F. फिफ्थ साडा केस होगा when object is placed at focus. ते लास्ट केस होएगा जिहड़ा सब तो ज्यादा इंपॉर्टेंट है, this one, when object is placed between focus and pole. ये 6 क्वेश्चंस ने जिहड़े असीं की है करने ने। तो वन बाय वन की असीं स्टार्ट करन जा रहे हैं। फर्स्ट पहला मैं तुहानूं की है टेबल दी फॉर्म दे विच इहनूं सिखाउणा है, मतलब पहला असीं की है ऑब्जेक्ट कित्थे रखना है, ऑब्जेक्ट एट इनफिनिटी। सैकेंड की सीगा बिहाइंड सेंटर ऑफ कर्वेचर, ये तुहाडे याद ही हो जाऊगा, जो तुसीं एक दो बार इहनूं देखोगे ना तुहाडे याद हो जाऊगा है, बिहाइंड सेंटर ऑफ कर्वेचर।
थर्ड एट सेंटर ऑफ कर्वेचर, फोर्थ between center of curvature and focus, फिर फिफ्थ हैगा जी at focus, एंड लास्ट वन हैगा जी between focus and pole। ਹੁਣ ਇਹਦੀਆਂ ਜਿਹੜੀਆਂ ਇਮੇजेस ਨੇ ਬੱਚੇ ਕਿਹੋ ਜਿਹੀ ਹੋਣਗੀਆਂ, ਦੇਖੋ ਉਹਨੂੰ ਮੈਂ ਤੁਹਾਨੂੰ ਯਾਦ ਕਰਨ ਦਾ ਤਰੀਕਾ ਦੱਸਦਾ। ਇੱਕ ਤਾਂ ਯਾਦ ਕਰਨ ਦਾ ਤਰੀਕਾ ਕੀ ਹੈਗਾ, ਦੇਖੋ ਇਸ ਸਾਈਡ ਮੈਂ ਕਾਊਂਟਿੰਗ ਲਿਖੀ ਹੈ 1 ਤੋਂ ਲੈ ਕੇ 6 ਤੱਕ। ਇਮੇजेस ਵਾਲੇ ਜਿਹੜਾ ਕੀ ਹੈ ਕਾਲਮ ਹੈ ਨਾ, ਇਮੇजेस ਵਾਲੇ ਕਾਲਮ 'ਚ ਨਾ ਰਿਵਰਸ ਦੇ ਵਿੱਚ ਕਾਊਂਟਿੰਗ ਲਿਖ ਲਓ 5 ਨੰਬਰ ਤੋਂ, मतलब 5 4 3 2 1। 6 तो नहीं लिखनी है, ध्यान रखना है, याद करने का तरीका हैगा, ठीक है। मतलब इस साइड काउंटिंग है 1 2 4 3 4 5, 6 ਨੂੰ ਛੱਡ ਦੋ, इस साइड काउंटिंग 5 ਤੋਂ स्टार्ट कर लो रिवर्स ਦੇ ਵਿੱਚ 5 4 3 2 1। अच्छा 5 ਦਾ मतलब ਕੀ ਹੈ, 5 ਦਾ मतलब ਹੈਗਾ ਬੱਚੇ ਐਟ ਫੋਕਸ। ਇਹਦਾ मतलब ਕੀ ਹੈ ਕਿ ਜਦੋਂ ਆਬਜੈਕਟ ਇਨਫਿਨਿਟੀ ਤੇ ਹੋਊਗਾ ਤਾਂ ਜਿਹੜੀ ਇਹਦੀ ਇਮੇਜ ਬਣਦੀ ਹੈ ਉਹ ਐਟ ਫੋਕਸ ਬਣਦੀ ਹੈ। ਯਾਦ ਰੱਖਣ ਦਾ ਤਰੀਕਾ ਹੈ ਐਟ ਫੋਕਸ। 5 ਦਾ मतलब ਕੀ ਹੈ ਫੋਕਸ। अच्छा 2 ਵਾਲੇ ਸੈਕੰਡ ਵਾਲੇ ਕੇਸ ਦੇ ਸਾਹਮਣੇ ਕੀ ਆ ਰਿਹਾ 4। 4 ਦਾ मतलब ਕੀ ਹੈ ਬਿਟਵੀਨ C ਐਂਡ F। ਇਹਦਾ मतलब ਜਦੋਂ ਤੁਸੀਂ ਆਬਜੈਕਟ ਬਿਹਾਈਂਡ C ਰੱਖੋਗੇ ਤਾਂ ਉਹਦੀ ਇਮੇਜ C ਤੇ F ਦੇ ਵਿਚਕਾਰ ਬਣੂਗੀ। ਆ ਦੇਖੋ 3 ਦਾ मतलब ਕੀ ਹੈ, 3 ਦਾ मतलब C। ਇਹਦਾ मतलब ਜਦੋਂ ਤੁਸੀਂ ਆਬਜੈਕਟ ਸੈਂਟਰ ਆਫ ਕਰਵੇਚਰ ਤੇ ਰੱਖੋਗੇ ਤਾਂ ਇਮੇਜ ਵੀ ਸੈਂਟਰ ਆਫ ਕਰਵੇਚਰ ਤੇ ਹੀ ਬਣਦੀ ਹੈ। अच्छा देखो 2 ਦਾ मतलब ਕੀ ਹੈ, 2 ਦਾ मतलब ਹੈ ਬਿਹਾਈਂਡ C। ਇਹਦਾ मतलब ਜਦੋਂ ਆਬਜੈਕਟ ਬਿਟਵੀਨ C ਐਂਡ F ਤੁਸੀਂ ਰੱਖੋਗੇ ਤਾਂ ਇਮੇਜ ਕਿੱਥੇ ਬਣੂਗੀ ਬਿਹਾਈਂਡ C। ਤੇ 1 ਦਾ मतलब ਕੀ ਹੈ ਇਨਫਿਨਿਟੀ, मतलब ਜਦੋਂ ਫੋਕਸ ਤੇ ਰੱਖੋਗੇ ਤਾਂ ਇਨਫਿਨਿਟੀ ਤੇ ਬਣੂਗਾ। ਜਿਹੜਾ ਲਾਸਟ ਕੇਸ ਹੈ ਬੱਚੇ ਦੇਖੋ ਇਟ ਇਜ਼ ਅ ਵੈਰੀ ਇੰਪੋਰਟੈਂਟ, ਇਹ ਸਭ ਤੋਂ ਅਲੱਗ ਹੈ, ਇਸੇ ਕਰਕੇ ਇੰਪੋਰਟੈਂਟ ਹੈ, ਇਹ ਐਕਸੈਪਸ਼ਨਲ ਕੇਸ ਹੈ। ਇਹਦੇ ਵਿੱਚ ਜਿਹੜੀ ਇਮੇਜ ਬਣਦੀ ਹੈ ਉਹ ਬਣਦੀ ਹੈ ਬਿਹਾਈਂਡ ਦਾ ਮਿਰਰ, ਬਿਹਾਈਂਡ ਦਾ ਮਿਰਰ। आई होप सो कि ਤੁਹਾਨੂੰ ਇਹ ਸੌਖਾ ਲੱਗਿਆ ਹੋਊਗਾ, ਅਦਰਵਾਈਜ਼ ਤੁਹਾਨੂੰ ਯਾਦ ਰੱਖਣਾ ਪਊਗਾ। ਯਾਦ ਵੀ ਕੀ ਬੜਾ ਔਖਾ ਕੰਮ ਨਹੀਂ ਹੈਗਾ, ਯਾਦ ਹੋ ਜਾਂਦਾ ਹੈ ਵੀ ਵੈਨ ਆਬਜੈਕਟ ਐਟ ਇਨਫਿਨਿਟੀ ਇਮੇਜ ਬਣੂਗੀ ਫੋਕਸ ਤੇ। ਅੱਛਾ ਜਦੋਂ ਬਿਹਾਈਂਡ C ਹੈ ਤਾਂ ਇਮੇਜ ਬਣੂਗੀ ਬਿਟਵੀਨ C ਐਂਡ F। ਅੱਛਾ ਜਦੋਂ ਐਟ C ਹੈ ਤਾਂ ਫਿਰ ਐਟ C ਤੇ ਹੀ ਇਮੇਜ ਬਣੂਗੀ, ਜਦੋਂ ਐਟ ਫੋਕਸ ਹੈ ਤਾਂ ਐਟ ਇਨਫਿਨਿਟੀ। ਲਾਸਟ ਵਾਲਾ ਕੇਸ ਕੀ ਹੈ ਯਾਦ ਰੱਖਣਾ ਹੈ, ਬਿਟਵੀਨ ਜਦੋਂ F ਐਂਡ P ਹੈ ਤਾਂ ਬਿਹਾਈਂਡ ਦ ਮਿਰਰ। ਜੇ ਤੁਸੀਂ ਥੋੜਾ ਜਿਹਾ ਹੋਰ ਧਿਆਨ ਨਾਲ ਦੇਖੋ ਨਾ, ਥੋੜਾ ਜਿਹਾ ਹੋਰ ਇਸੇ ਇਹਨਾਂ ਕੇਸਿਸ ਨੂੰ ਧਿਆਨ ਨਾਲ ਦੇਖੋ ਤਾਂ ਐਕਚੁਅਲ ਚ ਬੱਚੇ ਤੁਹਾਨੂੰ 3 ਕੇਸਿਸ ਯਾਦ ਰੱਖਣ ਦੀ ਲੋੜ ਹੈ, ਸਿਰਫ ਔਰ ਸਿਰਫ 3 ਕੇਸਿਸ। ਉਹ ਕਿਹੜੇ ਕਿਹੜੇ ਆ ਦੇਖੋ, ਜਦੋਂ ਆਬਜੈਕਟ ਇਨਫਿਨਿਟੀ ਤੇ ਹੈ ਇਮੇਜ ਕਿੱਥੇ ਹੈ ਫੋਕਸ ਤੇ। ਅੱਛਾ ਹੁਣ ਇਹਦਾ ਕੀ ਹੈ ਫਿਫਥ ਵਾਲਾ ਦੇਖੋ, ਜਦੋਂ ਐਟ ਇਨਫਿਨਿਟੀ ਹੈ ਤਾਂ ਇਮੇਜ ਕਿੱਥੇ ਹੈ, ਸੌਰੀ ਜਦੋਂ ਐਟ ਫੋਕਸ ਹੈ ਤਾਂ ਐਟ ਇਨਫਿਨਿਟੀ ਹੈ, ਤਾਂ ਮਤਲਬ ਰੈਸੀਪ੍ਰੋਕਲ ਹੈ ਨਾ, ਰਿਵਰਸ ਹੈ। ਜਦੋਂ ਆਬਜੈਕਟ ਇਨਫਿਨਿਟੀ ਤੇ ਇਮੇਜ ਬਣਦੀ ਹੈ F ਤੇ, ਜਦੋਂ ਆਬਜੈਕਟ ਅਸੀਂ F ਦੇ ਰੱਖਾਂਗੇ ਤਾਂ ਇਮੇਜ ਕਿੱਥੇ ਬਣੂਗੀ ਇਨਫਿਨਿਟੀ ਤੇ। देखो जो बिहाइंड C है सेकंड वाला केस देखो, बिहाइंड C इमेज कितने बनती है C एंड F ते। चेक करो जो ऑब्जेक्ट बिटवीन C एंड F है तो इमेज कितने बनती है बिहाइंड C ते C जो C ते हुंदा तां C ते बनूगा। इनू तुसी मैं तुहानू तरीका भी दसता याद करन दा, बाकी तुसी कोई अपना तरीका भी बना सकते हो, जिवें मर्जी करके तुसी इनू याद करना है। अच्छा एक चीज ध्यान रखियो बच्चे, जिहड़ा की है कनकेव मिरर है, यह की है हमेशा रियल इमेज बनाउंदा है, हमेशा नहीं कह सकते एक केस नूं छड्ड के। मैं तुहानूं दसदा कनकेव मिरर जदों भी की है जिहड़ी इमेज बनाउंदा है वो की है, मैं लिख दिंदा रियल भी बनाउंदा, दोनों लिख दिंदा रियल भी ते वर्चुअल भी, दोनों इमेजेस बनदियां ने। कई बार क्वेश्चन पूछा जाता है भी कनकेव मिरर किहड़ी इमेज बनाउंदा है, ऑप्शन हो सकदा रियल वर्चुअल, रियल एंड वर्चुअल है ना, ਜਾਂ ਲਾਸਟ ਕੀ ਹੈ ਨਨ ਆਫ ਥੀਸ। ਤਾਂ ਆਨਸਰ ਕੀ ਹੋਊਗਾ ਰੀਅਲ ਐਂਡ ਵਰਚੁਅਲ। ਕੱਲੀ ਗੱਲ ਕਲੀਅਰ ਹੋਗੀ, ਮੈਂ ਅੱਗੇ ਜਾ ਕੇ ਦੱਸੂਗਾ, ਠੀਕ ਹੈ। ਇੱਕ ਚੀਜ਼ ਜ਼ਰੂਰ ਧਿਆਨ 'ਚ ਰੱਖਣੀ ਹੈ, ਜਦੋਂ ਵੀ ਬੱਚੇ ਰੀਅਲ ਇਮੇਜ ਬਣੂਗੀ, ਰੀਅਲ ਇਮੇਜ ਹੁੰਦੀ ਕੀ ਆਪਾਂ ਡਿਸਕਸ ਕੀਤੀ ਹੈ, ਜਦੋਂ ਵੀ ਰੀਅਲ ਇਮੇਜ ਬਣੂਗੀ ਉਹ ਡੈਫੀਨਿਟਲੀ ਇਨਵਰਟਡ ਹੋਊਗੀ, ਪੁੱਠੀ ਹੋਊਗੀ। ਕੋਈ ਵੀ ਕੇਸ ਇਹੋ ਜਿਹਾ ਨਹੀਂ ਹੋ ਸਕਦਾ ਕਿ ਇਮੇਜ ਬਣੇ ਰੀਅਲ ਤੇ ਉਹ ਸਿੱਧੀ ਬਣ ਜੇ, ਨਹੀਂ। ਇਹ ਦਿਮਾਗ ਦੇ ਵਿੱਚ ਪੱਕਾ ਹੀ ਬਿਠਾ ਲਓ, ਜਦੋਂ ਵੀ ਇਮੇਜ ਰੀਅਲ ਬਣੇਗੀ ਤਾਂ ਇਨਵਰਟਡ ਬਣੇਗੀ। ਮੈਂ ਤੁਹਾਨੂੰ ਪ੍ਰੈਕਟੀਕਲ ਵੀ ਦਿਖਾਊਂਗਾ, ਵੀਡੀਓ ਵੀ ਦਿਖਾਊਂਗਾ, ਠੀਕ ਹੈ। ਬਾਅਦ ਦੇ ਵਿੱਚ ਨੈਕਸਟ ਲੈਕਚਰ ਦੇ ਵਿੱਚ ਜਿੰਨੀਆਂ ਵੀ ਇਮੇजेस ਰੀਅਲ ਬਣਨਗੀਆਂ ਨਾਲ ਕੀ ਹੋਣਗੀਆਂ ਇਨਵਰਟਡ ਹੋਣਗੀਆਂ, ਤੇ ਜਿੰਨੀਆਂ ਵੀ ਇਮੇजेस ਬੱਚੇ ਵਰਚੁਅਲ ਬਣਨਗੀਆਂ ਉਹ ਇਰੈਕਟ ਬਣਨਗੀਆਂ। ਤਾਂ ਜਿਹੜੇ ਕਨਕੇਵ ਮਿਰਰ ਦੇ ਆ ਜਿਹੜੇ ਫਸਟ 5 ਕੇਸਿਸ ਨੇ ਨਾ,
ਆ ਫਸਟ 5 ਕੇਸਿਸ ਇਹਨਾਂ ਦੇ ਵਿੱਚ ਜਿਹੜੀ ਇਮੇਜ ਆ ਉਹ ਰੀਅਲ ਬਣਦੀ ਹੈ ਰੀਅਲ ਦੇ ਨਾਲ ਕੀ ਹੋਊਗਾ ਇਨਵਰਟਡ ਸੈਕੰਡ ਕੇਸ ਦੇ ਵਿੱਚ ਵੀ ਰੀਅਲ ਇਨਵਰਟਡ ਰੀਅਲ ਇਨਵਰਟਡ ਰੀਅਲ ਇਨਵਰਟਡ ਰੀਅਲ ਇਨਵਰਟਡ 1 2 3 4 5 ਕੇਸਿਸ ਹੋ ਗਏ ਜਿਹੜਾ ਬੱਚੇ ਲਾਸਟ ਵਾਲਾ ਕੇਸ ਹੈ ਦੇਖੋ ਇਹ ਇੰਪੋਰਟੈਂਟ ਮੈਂ ਤੁਹਾਨੂੰ ਕਿਹਾ ਕਿ ਸਭ ਤੋਂ ਅਲੱਗ ਹੈ ਇਹ ਕਨਕੇਵ ਮਿਰਰ ਦਾ ਇੱਕ ਅਜਿਹਾ ਕੇਸ ਹੈ ਜਿਹਦੇ ਵਿੱਚ ਇਮੇਜ ਬਣਦੀ ਹੈ ਵਰਚੁਅਲ ਐਂਡ ਇਰੈਕਟ ਸਾਈਜ਼ ਦੇ ਆਪਾਂ ਜਦੋਂ ਕੱਲਾ ਆਪਾਂ ਕੇਸ ਕਰਾਂਗੇ ਮੈਂ ਸਾਈਜ਼ ਉਦੋਂ ਲਿਖਾ ਦੂੰਗਾ ਸਾਈਜ਼ ਮੈਂ ਇੱਥੇ ਨਹੀਂ ਲਿਖਾ ਰਿਹਾ ਠੀਕ ਹੈ ਜੀ ਦੇਖੋ ਬੱਚੇ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਉਹ ਪੁੱਛ ਸਕਦਾ ਜੀ ਹਾਂਜੀ ਹਾਂਜੀ ਪੁੱਛੋਗੇ ਅਗਰ ਕਿਸੇ ਨੂੰ ਪ੍ਰੋਬਲਮ ਹੈ is it clear to all yes sir yes sir ਇਹਦੀ ਨਾ ਇਮੇਜ ਤੁਹਾਡੇ ਮਾਈਂਡ ਦੇ ਵਿੱਚ ਬੈਠ ਜਾਣੀ ਚਾਹੀਦੀ ਹੈ ਦੇਖੋ ਮੇਰੇ ਵੀ ਯਾਦ ਹੈ ਮੈਂ ਕਿਤੋਂ ਦੇਖ ਕੇ ਤਾਂ ਨਹੀਂ ਲਿਖਾ ਰਿਹਾ ਨਾ ਤੁਹਾਨੂੰ ਮੇਰੇ ਯਾਦ ਹੈ ਵੀ ਜਦੋਂ ਆਬਜੈਕਟ ਇਨਫਿਨਿਟੀ ਤੇ ਹੈ ਤਾਂ ਇਮੇਜ ਫੋਕਸ ਤੇ ਬਣਦੀ ਹੈ ਅੱਛਾ ਜਦੋਂ ਆਬਜੈਕਟ ਫੋਕਸ ਤੇ ਹੋਊਗਾ ਤਾਂ ਇਮੇਜ ਇਨਫਿਨਿਟੀ ਤੇ ਬਣੂਗੀ ਜਦੋਂ ਆਬਜੈਕਟ ਬਿਹਾਈਂਡ ਸੀ ਹੋਏਗਾ ਤਾਂ ਜਿਹੜੀ ਇਮੇਜ ਆ ਉਹ ਬਿਟਵੀਨ ਸੀ ਐਂਡ ਐਫ ਬਣੂਗੀ ਤੇ ਜਦੋਂ ਆਬਜੈਕਟ ਬਿਟਵੀਨ ਸੀ ਐਂਡ ਐਫ ਹੋਏਗਾ ਤਾਂ ਜਿਹੜੀ ਇਮੇਜ ਆ ਉਹ ਬਿਹਾਈਂਡ ਸੀ ਬਣੂਗੀ ਜਦੋਂ ਆਬਜੈਕਟ ਐਟ ਸੀ ਹੋਊਗਾ ਤਾਂ ਉਹਦੀ ਇਮੇਜ ਵੀ ਐਟ ਸੀ ਜਿਨ੍ਹਾਂ ਤੇ ਜਮਾ ਨਾ ਯਾਦ ਰਹੇ ਨਾ ਤਾਂ ਬਸ ਉਹ ਕਾਊਂਟਿੰਗ ਵਾਲਾ ਮੈਥਡ ਯੂਜ਼ ਕਰ ਲੈਣ ਵੀ ਕਾਊਂਟਿੰਗ ਲਿਖੋ 1 2 6 ਤੇ ਜਿਹੜੀ ਇਮੇਜ ਦੀ ਕਾਊਂਟਿੰਗ ਲਿਖਣੀ ਹੈ ਉਹ 5 ਤੋਂ ਸਟਾਰਟ ਕਰਨੀ ਹੈ ਰਿਵਰਸ ਆਰਡਰ ਦੇ ਵਿੱਚ ਤੁਹਾਡਾ ਤਾਂ ਵੀ ਹੋ ਜਾਊਗਾ ਜ਼ਿਆਦਾ ਟਾਈਮ ਨਹੀਂ ਲੱਗਣਾ ਤੁਹਾਡੇ ਦੇ ਵਿੱਚ ਤਾਂ ਮੈਂ ਫਰਸਟ ਕੇਸ ਕੀ ਹੈ ਆਪਾਂ ਇਹਦੇ ਵਿੱਚ ਡਿਸਕਸ ਕਰਦੇ ਹਾਂ ਕਨਕੇਵ ਮਿਰਰ ਦਾ when object ਹਾਂਜੀ ਬੱਚੇ ਲੀਜ਼ਾ ਯੂਜ਼ਸ ਆਉਣਗੇ ਜੀ ਮੈਂ ਕਰਵਾਉਂਗਾ ਪਹਿਲਾਂ ਆਪਾਂ ਇਮੇजेस ਸਮਝ ਲਈ ਨਾ ਯੂਜ਼ ਫੇਰ ਸਮਝ ਆਉਣਗੇ ਪਹਿਲਾਂ ਅਸੀਂ ਕੇਸਿਸ ਡਿਸਕਸ ਕਰਾਂਗੇ ਕਿਹੋ ਜਿਹੀ ਇਮੇजेस ਬਣਾਉਂਦੇ ਨੇ ਫਿਰ ਕਿੱਥੇ ਕਿਤੇ ਉਹਦਾ ਯੂਜ਼ ਹੋਊਗਾ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ when object is placed at infinity ਤਾਂ ਬੱਚੇ ਜਦੋਂ ਵੀ ਆਬਜੈਕਟ ਐਟ ਇਨਫਿਨਿਟੀ ਹੁੰਦਾ ਹੈ ਤਾਂ ਮਤਲਬ ਕਹਿੰਦਾ ਬਹੁਤ ਦੂਰ ਤੇ ਜਦੋਂ ਕਿ ਆਬਜੈਕਟ ਬਹੁਤ ਦੂਰ ਹੋਊਗਾ ਤਾਂ ਜਿਹੜੀ ਉਹਦੇ ਵਿੱਚੋਂ ਲਾਈਟ ਆਊਗੀ ਬੱਚੇ ਲਾਈਟ ਕੀ ਹੈ ਜਿਹੜੀ ਮਿਰਰ ਤੇ ਫਾਲ ਕਰੇਗੀ ਉਹ ਹਮੇਸ਼ਾ ਪੈਰਲਲ ਆਊਗੀ ਇਹ ਧਿਆਨ ਰੱਖੋ ਮਤਲਬ ਪੈਰਲਲ ਬੀਮ ਆਏਗਾ ਅੱਛਾ ਲਾਸਟ ਲੈਕਚਰ ਦੇ ਵਿੱਚ ਅਸੀਂ ਪੈਰਲਲ ਬੀਮ ਕਨਕੇਵ ਮਿਰਰ ਤੇ ਕੀ ਹੈ ਸਟ੍ਰਾਈਕ ਕਰਾਇਆ ਸੀ ਤੇ ਉਹ ਕਿਹੜੇ ਪੁਆਇੰਟ ਤੇ ਜਾ ਕੇ ਕਨਵਰਜ ਹੋਇਆ ਸੀ ਉਹ ਕੋਈ ਦੱਸ ਸਕਦਾ ਹੈ focus ਹਾਂ ਫੋਕਸ ਵੈਰੀ ਗੁੱਡ ਜਿਹੜੀ ਅਸੀਂ ਆਲਰੇਡੀ ਡਾਇਗਰਾਮ ਫਸਟ ਜਿਹੜੀ ਲਾਸਟ ਲੈਕਚਰ 'ਚ ਆਪਾਂ ਬਣਾਈ ਸੀ ਉਹ ਸੇਮ ਡਿਟੋ ਡਾਇਗਰਾਮ ਹੈ ਇਹ ਕਨਕੇਵ ਮਿਰਰ ਹੋ ਗਿਆ ਜੀ ਠੀਕ ਹੈ ਇਹ ਕੀ ਹੈ ਹੋ ਗਿਆ ਪੋਲ ਸੌਰੀ ਪ੍ਰਿੰਸੀਪਲ ਐਕਸਿਸ ਠੀਕ ਹੈ ਜੀ ਤੇ ਇਹ ਹੋ ਗਿਆ ਆਪਣੇ ਕੋਲੇ ਪੋਲ here is a center of curvature and here is a focus ਥੋੜਾ ਬਹੁਤ ਉਰਾ ਪਰ ਹੋ ਜਾਊਗਾ ਨਾ ਕੋਈ ਦਿੱਕਤ ਨਹੀਂ ਪਰ ਜ਼ਿਆਦਾ ਨਹੀਂ ਹੋਣਾ ਐ ਨਹੀਂ ਬਣਾਉਣਾ ਵੀ ਫੋਕਸ ਤੁਸੀਂ ਇਸ ਪੁਆਇੰਟ ਤੇ ਬਣਾਤਾ ਫਿਰ ਗਲਤ ਹੋ ਜਾਊਗਾ ਜਾਂ ਬਹੁਤ ਇਹਦੇ ਨੇੜੇ ਇਨ ਬਿਟਵੀਨ ਮਤਲਬ ਜਾਨੀ ਕਿ ਮਿਡ ਪੁਆਇੰਟਸ ਹੁੰਦਾ ਅਸਲ 'ਚ ਇਹ ਠੀਕ ਹੈ ਜੇ ਮਿਰਰ ਦੇ ਵਿੱਚ ਡਿਫੈਕਟ ਵੀ ਪੜਾਂਗੇ ਜੇ ਮਿਰਰ 'ਚ ਡਿਫੈਕਟ ਹੋਵੇ ਹਨਾ ਕੋਈ ਨਾ ਕੋਈ ਡਿਫੈਕਟ ਹੋਵੇ ਫਿਰ ਉਹਦਾ ਫੋਕਸ ਸੇਮ ਨਹੀਂ ਹੁੰਦਾ ਹੈਗਾ ਤੇ ਇਹਦੇ ਵਿੱਚ ਤੁਸੀਂ ਬੱਚੇ ਕੀ ਦਿਖਾਉਣਾ ਹੈ ਪੈਰਲਲ ਬੀਮ ਦਿਖਾਉਣਾ ਹੈ ਕਿਸ ਤਰੀਕੇ ਦੇ ਨਾਲ ਕੀ ਹੈ ਆਬਜੈਕਟ ਇਨਫਿਨਿਟੀ ਦੇ ਮਤਲਬ ਪੈਰਲਲ ਬੀਮ ਕਿਹਦੇ ਪ੍ਰਿੰਸੀਪਲ ਐਕਸਿਸ ਦੇ ਦੋ ਲਾਈਨ ਤੁਸੀਂ ਯੂਜ਼ ਕਰ ਸਕਦੇ ਹੋ ਮਿਨੀਮਮ 2 ਲਾਈਨ ਤੁਸੀਂ ਯੂਜ਼ ਕਰਨੀਆਂ ਨੇ ਕਿਉਂਕਿ ਜਿੱਥੇ 2 ਲਾਈਨਸ ਆਪਸ ਦੇ ਵਿੱਚ ਮੀਟ ਕਰਨਗੀਆਂ ਉੱਥੇ ਹੀ ਇਮੇਜ ਫਾਰਮ ਹੁੰਦੀ ਹੈ ਲਾਈਕ ਦਿਸ ਐਰੋਜ਼ ਲਗਾ ਦਿਓ ਕਿ ਇਸ ਤਰੀਕੇ ਨਾਲ ਲਾਈਟ ਆਈ ਰਿਫਲੈਕਟ ਹੋਈ ਇਸ ਤਰੀਕੇ ਨਾਲ ਰੇ ਆਫ ਲਾਈਟ ਆਈ ਰਿਫਲੈਕਟ ਹੋਈ ਇਸ ਪੁਆਇੰਟ ਤੇ ਕੀ ਹੋਗੀ ਕਨਵਰਜ ਹੋਗੀ ਇਹਦਾ ਮਤਲਬ ਇਮੇਜ ਕਿੱਥੇ ਬਣ ਗਈ ਆ ਦੇਖੋ ਆਬਜੈਕਟ ਕਿੱਥੇ ਹੈ ਐਟ ਇਨਫਿਨਿਟੀ ਤਾਂ ਜਿਹੜੀ ਇਮੇਜ ਲਿਖਣਾ ਬੱਚੇ ਪੋਜੀਸ਼ਨ ਆਫ ਇਮੇਜ ਪੇਪਰ 'ਚ ਪੁੱਛਦੇ ਨੇ ਉਹ ਪੋਜੀਸ਼ਨ ਆਫ ਇਮੇਜ ਤਾਂ ਕੀ ਲਿਖੋਗੇ ਐਟ ਫੋਕਸ ਅੱਛਾ ਫਿਰ ਤੁਹਾਨੂੰ ਪੁੱਛਣਗੇ ਨੇਚਰ ਆਫ ਇਮੇਜ ਦੇਖੋ ਐਕਚੁਅਲੀ ਲਾਈਨਸ ਕੀ ਹੈ ਮੀਟ ਕੀਤੀਆਂ ਨੇ ਤੇ ਜਦੋਂ ਲਾਈਨਸ ਐਕਚੁਅਲੀ ਮੀਟ ਕਰਦੀਆਂ ਤਾਂ ਕੀ ਬਣਦੀ ਹੈ ਰੀਅਲ ਬਣਦੀ ਹੈ ਤੇ ਰੀਅਲ ਦੇ ਨਾਲ ਤੁਹਾਨੂੰ ਕੀ ਦੱਸਿਆ ਵੀ ਹਮੇਸ਼ਾ ਕੀ ਬਣੂਗੀ ਇਨਵਰਟਡ ਫਿਰ ਥਰਡ ਪੁੱਛਣਾ ਹੈ ਸਾਈਜ਼ ਆਫ ਇਮੇਜ ਤਾਂ ਬੱਚੇ ਜਦੋਂ ਆਬਜੈਕਟ ਬਹੁਤ ਦੂਰ ਹੁੰਦਾ ਨਾ ਤਾਂ ਜਿਹੜੀ ਇਮੇਜ ਬਣੂ ਫੋਕਸ ਤੇ ਉਹ ਲਾਈਕ ਅ ਪੁਆਇੰਟ ਬਣੂਗੀ ਬਹੁਤ ਛੋਟੀ ਇਮੇਜ ਬਣੂਗੀ ਤਾਂ ਤੁਸੀਂ ਇਹਨੂੰ ਕੀ ਹੈ ਡਿਮਿਨਿਸ਼ਡ ਸਾਈਜ਼ ਵੀ ਲਿਖ ਸਕਦੇ ਹੋ ਜਾਂ ਲਾਈਕ ਅ ਪੁਆਇੰਟ ਲਿਖ ਸਕਦੇ ਹੋ ਜਾਂ ਤੁਸੀਂ ਵੈਰੀ ਸਮਾਲ ਸਾਈਜ਼ ਦੀ ਇਮੇਜ ਲਿਖ ਸਕਦੇ ਹੋ ਵੈਰੀ ਸਮਾਲ ਸਾਈਜ਼ ਠੀਕ ਹੈ ਜੀ ਬੱਚੇ ਕਲੀਅਰ ਹੈ
Yes, Is it sir. clear to all? अच्छा कोई मैंने स्टूडेंट दस सकता है सर प्लीज? हाँ जी बच्चे नाजू ਨੂੰ मैं ज्वाइन कर रहे हैं जी बट वो ज्वाइन हो नहीं रही हैगी ਵਿੱਚੋਂ कोई ना कोई जाता उधरों नेटवर्क ਦੀ प्रॉब्लम ना होवे मेरे को ना जस्ट ਇੱਥੇ ज्वाइनिंग ਦੀ ਹਾਂਜੀ option ਆ ਰਹੀ ਹੈ ਸਰ ਬੋਲੇ ਤੁਹਾਡੀ ਆਵਾਜ਼ ਕਿੰਨਾ ਕੋਲੇ ਆਵਾਜ਼ ਨਹੀਂ ਪਹੁੰਚ ਰਹੀ ਜੀ ਤੁਹਾਡੇ ਕੋਲੇ ਨਹੀਂ ਸਰ ਨਾਜੂ ਕੋਲੇ ਨੈਟਵਰਕ ਦਾ ਇਸ਼ੂ ਹੋਊਗਾ ਜੀ ਕਿਉਂਕਿ ਦੇਖੋ ਬਾਕੀ ਸਾਰਿਆਂ ਨੂੰ ਤੁਹਾਨੂੰ ਆਵਾਜ਼ ਸੁਣਦੀ ਹੈਗੀ ਹੈ ਨਾ ਉਹਨਾਂ ਨੂੰ ਕਹੇ ਵੀ ਬਾਅਦ ਵਿੱਚ ਰਿਕਾਰਡਡ ਲੈਕਚਰ ਭੇਜ ਦੂੰਗਾ ਜਾਂ ਤਾਂ ਮੈਂ ਕਿਉਂਕਿ ਜੇ ਆਪਾਂ ਇਹ ਵੇਟ ਕਰ ਲਾਂਗੇ ਓਕੇ ਸਰ ਸ਼ਾਇਦ ਮੈਨੂੰ ਲੱਗਦਾ ਐਡ ਹੋਗੀ ਨਾ ਨਹੀਂ ਇੱਕ ਨਾ ਤੁਸੀਂ ਪਤਾ ਕੀ ਕਰਿਆ ਕਰੋ ਜਿਹੜੀ ਤੁਹਾਡੀ ਜ਼ੂਮ ਐਪ ਹੈ ਇਹਨੂੰ ਅਪਡੇਟ ਰੱਖਿਆ ਕਰੋ ਪਲੇ ਸਟੋਰ ਤੇ ਜਾ ਕੇ ਚੈੱਕ ਕਰਿਓ ਜਿਨ੍ਹਾਂ ਦੀ ਐਪ ਅਪਡੇਟ ਨਹੀਂ ਹੈਗੀ ਉਹਨੂੰ ਐਪ ਨੂੰ ਅਪਡੇਟ ਕਰ ਲਿਓ ਕਿਉਂਕਿ ਜਿਹੜੇ ਬਗਸ ਵਗੈਰਾ ਹੁੰਦੇ ਨਾ ਫਿਰ ਉਹ ਅਪਡੇਟ ਨਾਲ ਫਿਕਸ ਹੋ ਜਾਂਦੇ ਨੇ ਅੱਛਾ ਮੈਂ ਕੁਐਸਚਨ ਇਹ ਪੁੱਛ ਰਿਹਾ ਸੀ ਬੱਚੇ ਜਿਹੜੀ ਇੱਥੇ ਰੇ ਆਫ ਲਾਈਟ ਕਨਕੇਵ ਮਿਰਰ ਤੇ ਫਾਲ ਕੀਤੀ ਹੈ ਰਿਫਲੈਕਟ ਹੋ ਕੇ ਫੋਕਸ ਤੇ ਗਈ ਹੈ ਕੀ ਇਸ ਕੇਸ ਦੇ ਵਿੱਚ ਜਿਹੜਾ ਲਾਅ ਆਫ ਰਿਫਲੈਕਸ਼ਨ ਆ ਉਹ ਹੋਲਡ ਹੋਏਗਾ ਕੋਈ ਮੈਨੂੰ ਸਟੂਡੈਂਟ ਦੱਸ ਸਕਦਾ ਹੈ ਵੀ ਲਾਅ ਆਫ ਰਿਫਲੈਕਸ਼ਨ ਕਿਵੇਂ ਲੱਗਿਆ ਹੋਊਗਾ ਇੱਥੇ ਚਲੋ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਮੈਂ ਤੁਹਾਨੂੰ ਦੱਸਦਾ ਦੇਖੋ ਬੱਚੇ ਜੇ ਮੈਂ ਸੈਂਟਰ ਤੋਂ ਆਪਾਂ ਲਾਅ ਆਫ ਰਿਫਲੈਕਸ਼ਨ ਕਹਿੰਦੇ ਜੀ ਮੰਨ ਲਓ ਜਿਵੇਂ ਆ ਪਲੇਨ ਮਿਰਰ ਹੈ ਹਨਾ ਆ ਮਿਰਰ ਇੱਥੋਂ ਇੱਕ ਰੇ ਆਫ ਲਾਈਟ ਆਈ ਅਸੀਂ ਕੀ ਡਰਾ ਕਰਦੇ ਸੀ ਨਾਰਮਲ ਤੇ ਨਾਰਮਲ ਦਾ ਐਂਗਲ ਕੀ ਹੁੰਦਾ ਸੀ ਆ ਇਨਸੀਡੈਂਟ ਰੇ ਨਾਲ ਇਨਸੀਡੈਂਟ ਐਂਗਲ ਤਾਂ ਬੱਚੇ ਆ ਇਹਨੂੰ ਮੈਂ ਬੋਲ ਸਕਦਾ ਇਨਸੀਡੈਂਟ ਰੇ ਦਿਸ ਇਜ਼ ਕਾਲਡ ਇਨਸੀਡੈਂਟ ਰੇ Yes. ਅੱਛਾ ਤੇ ਜਿਹੜਾ ਬੱਚੇ ਸੈਂਟਰ ਹੈ ਅਗਰ ਮੈਂ ਸੈਂਟਰ ਤੋਂ ਇੱਕ ਲਾਈਨ ਡਰਾ ਕਰਦਾ ਇੱਕ ਸਟ੍ਰੇਟ ਲਾਈਨ ਇਸ ਮਿਰਰ ਤੱਕ ਦੀ ਤਾਂ ਇਹ ਰੇਡੀਅਸ ਆਫ ਕਰਵੇਚਰ ਹੋਊਗਾ ਇਹਦਾ ਕਿਉਂਕਿ ਇੱਕ ਸਫੀਅਰ ਹੈ ਸਫੀਅਰ ਦੇ ਸੈਂਟਰ ਤੋਂ ਜਿੰਨੇ ਵੀ ਤੁਸੀਂ ਰੇਡੀਅਸ ਡਰਾ ਕਰੋਗੇ ਉਹ ਸਟ੍ਰੇਟ ਲਾਈਨ ਹੋਣਗੇ ਤੇ ਉਹ ਸਰਫੇਸ ਨਾਲ ਕਿੰਨਾ ਐਂਗਲ ਬਣਾਉਣਗੇ 90 ਇਹਦਾ ਮਤਲਬ ਜਿਹੜਾ ਆ ਇਹ ਕੀ ਹੋ ਗਿਆ ਇਹਦਾ ਦਿਸ ਇਜ਼ ਅ ਨਾਰਮਲ ਇਹ ਨਾਰਮਲ ਹੋ ਗਿਆ ਕਨਕੇਵ ਮਿਰਰ ਦਾ ਤੇ ਨਾਰਮਲ ਦਾ ਬੱਚੇ ਜਿਹੜਾ ਆਹ ਵਾਲਾ ਐਂਗਲ ਹੈ ਦਿਸ ਐਂਗਲ ਇਜ਼ ਨੋਨ ਐਜ਼ ਐਂਗਲ ਆਫ ਇਨਸੀਡੈਂਸ ਐਂਡ ਦਿਸ ਐਂਗਲ ਇਜ਼ ਨੋਨ ਐਜ਼ ਐਂਗਲ ਆਫ ਰਿਫਲੈਕਸ਼ਨ ਤਾਂ ਬੱਚੇ ਇੱਥੇ ਵੀ ਐਂਗਲ I ਇਜ਼ ਇਕੁਅਲ ਟੂ ਐਂਗਲ R ਹੀ ਹੁੰਦਾ ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਵੀ ਸਰ ਇਹ ਰੇ ਆਫ ਲਾਈਟ ਆ ਕੇ ਐਦਾਂ ਹੀ ਕਿਉਂ ਮੁੜੀ ਹੈ ਤਾਂ ਉਹਦਾ ਰੀਜ਼ਨ ਇਹ ਹੈ ਕਿਉਂਕਿ ਜਦੋਂ ਇਨਸੀਡੈਂਟ ਰੇ ਆਊਗੀ ਤਾਂ ਅਸੀਂ ਸੈਂਟਰ ਤੇ ਇਸ ਮਿਰਰ ਦੇ ਨਾਲ ਕੀ ਇੱਕ ਐਂਗਲ ਡਰਾ ਕਰਾਂਗੇ ਨਾਰਮਲ ਡਰਾ ਕਰਕੇ ਦੈਟ ਐਂਗਲ ਇਜ਼ ਨੋਨ ਐਜ਼ ਇਨਸੀਡੈਂਟ ਐਂਗਲ ਤੇ ਉਨੇ ਹੀ ਐਂਗਲ ਤੇ ਇਹ ਰੇ ਆਫ ਲਾਈਟ ਕੀ ਹੈ ਰਿਫਲੈਕਟ ਹੋਗੀ ਸਿਮਿਲਰਲੀ ਤੁਸੀਂ ਇੱਥੋਂ ਵੀ ਬਣਾ ਸਕਦੇ ਹੋ ਇਹ ਤੁਹਾਡੇ ਸਮਝਾਉਣ ਵਾਸਤੇ ਦੱਸ ਰਿਹਾ ਹੈਗਾ ਤੁਹਾਨੂੰ ਪੇਪਰ 'ਚ ਡਰਾ ਕਰਨ ਦੀ ਲੋੜ ਨਹੀਂ ਹੈਗੀ ਸੌਰੀ ਥੋੜਾ ਜਿਹਾ ਗਲਤ ਹੋ ਗਿਆ like this the angle is the angle of incidence and this is angle of reflection ठीक है जी second case देखते हैं की है when object is placed behind एकदम बच्चे ਜਿਹੜੇ ਬਾਰ-ਬਾਰ ਇਧਰੋਂ ਜੁਆਇਨ ਹੁੰਦੇ ਨੇ ਬੜੀ ਡਿਸਟਰਬੈਂਸ ਕ੍ਰੀਏਟ ਕਰਦੇ ਆ is placed behind C ਬੱਚੇ ਇੱਕ ਵਾਰੀ ਜੁਆਇਨ ਹੋਇਆ ਕਰੋ ਬਾਰ-ਬਾਰ ਉਹਨੂੰ ਕੀ ਹੈ ਤੁਸੀਂ ਐਪ ਨਾਲ ਨਾ ਕੋਈ ਮਤਲਬ ਜਾਨੀ ਕਿ ਪੰਗੇ ਵਗੈਰਾ ਨਾ ਲਓ ਫਿਰ ਡਿਸਕਨੈਕਟ ਹੋ ਜਾਂਦੀ ਹੈ ਜਦੋਂ ਐਪ ਨੂੰ ਯੂਜ਼ ਕਰਦੇ ਹੁੰਦੇ ਹੋ ਤਾਂ ਬਾਕੀ ਦੀਆਂ ਜਿੰਨੀਆਂ ਵੀ ਐਪਲੀਕੇਸ਼ਨਸ ਨੇ ਫੋਨ ਦੀਆਂ ਉਹਨੂੰ ਕਲੋਜ਼ ਕਰ ਦਿਆ ਕਰੋ ਉਹਦੇ ਨਾਲ ਕੀ ਹੈ ਤੁਹਾਡੇ ਫੋਨ ਦੀ ਜਿਹੜੀ ਕੀ ਹੈ ਰੈਮ ਹੈ ਉਹ ਫ੍ਰੀ ਹੋ ਜਾਏਗੀ ਤੇ ਜਿਹਦੇ ਨਾਲ ਕੀ ਹੈ ਜ਼ੂਮ ਜਿਹੜੀ ਐਪ ਹੈ ਤੁਹਾਡੀ ਉਹ ਅੱਛੇ ਤਰੀਕੇ ਨਾਲ ਚੱਲ ਸਕਦੀ ਹੈ ਦਿਸ ਇਜ਼ ਅ ਕਨਕੇਵ ਮਿਰਰ ਤੇ ਬੱਚੇ ਇਹ ਹੋ ਗਿਆ ਦਾ ਸੈਂਟਰ ਆਫ ਕਰਵੇਚਰ ਤੇ ਇਹ ਹੋ ਗਿਆ ਦਾ ਹੋਲ ਤੇ ਸੈਂਟਰ 'ਚ ਕੀ ਹੋ ਗਿਆ ਦੀ F ਇਹ ਹੋ ਗਿਆ ਦਾ ਫੋਕਸ ਤਾਂ ਅਸੀਂ ਆਬਜੈਕਟ ਰੱਖਣਾ ਬਿਹਾਈਂਡ ਸੈਂਟਰ ਆਫ ਕਰਵੇਚਰ ਤਾਂ ਇਸ ਤਰੀਕੇ ਨਾਲ ਆਬਜੈਕਟ ਰੱਖਣਾ ਬੱਚੇ ਤੁਸੀਂ ਇਸ ਆਬਜੈਕਟ ਦਾ ਮਤਲਬ ਪਤਾ ਕੀ ਹੈ ਇਸ ਆਬਜੈਕਟ ਦਾ ਮਤਲਬ ਇਹ ਹੈ ਵੀ ਤੁਸੀਂ ਆਪਣੇ ਆਪ ਨੂੰ ਅਸਿਊਮ ਕਰ ਲਓ ਮਤਲਬ ਤੁਸੀਂ ਖੜੇ ਹੋ ਬਾਰ-ਬਾਰ ਆਪਾਂ ਐਵੇਂ ਪਰਸਨ ਤਾਂ ਬਣਾ ਨਹੀਂ ਸਕਦੇ ਤਾਂ ਅਸੀਂ ਇੱਕ ਐਰੋ ਨਾਲ ਰਿਪਰੈਜ਼ੈਂਟ ਕਰ ਦਨੇ ਮਤਲਬ ਜਿਹੜਾ ਐਰੋ ਇਸ ਤਰੀਕੇ ਨਾਲ ਦਿਖਾਇਆ ਨਾ ਇਹ ਹੈਡ ਹੈ ਤੁਹਾਡਾ ਠੀਕ ਹੈ ਤੇ ਇਹ ਕੀ ਨੇ ਇਹ ਤੁਹਾਡੇ ਕੀ ਨੇ ਫੀਟ ਨੇ ਇਸ ਤਰੀਕੇ ਨਾਲ ਜੇ ਐਰੋ ਕਦੇ ਸਾਨੂੰ ਪੁੱਠਾ ਬਣਾਉਣਾ ਪੈ ਗਿਆ ਇਦਾਂ ਇਹਦਾ ਮਤਲਬ ਇਮੇਜ ਪੁੱਠੀ ਬਣਦੀ ਹੈ ਮਤਲਬ ਹੈਡ ਤੁਹਾਡਾ ਨੀਚੇ ਆ ਗਿਆ ਤੇ ਫੀਟ ਤੁਹਾਡੇ ਉੱਪਰ ਹੋ ਗਏ ਹੁਣ ਧਿਆਨ ਨਾਲ ਦੇਖਣਾ ਜਦੋਂ ਵੀ ਬੱਚੇ ਅਸੀਂ ਰੇਜ਼ ਆਫ ਲਾਈਟ ਮਿਰਰ ਤੇ ਫਾਲ ਕਰਾਉਣੀਆਂ ਨੇ ਤੇ ਇਮੇਜ ਬਣਾਉਣੀ ਹੈ ਤਾਂ ਸਾਨੂੰ ਮਿਨੀਮਮ 2 ਰੇਜ਼ ਚਾਹੀਦੀਆਂ ਨੇ ਮਿਨੀਮਮ 2 ਰੇਜ਼
ਉਹ ਕਿਹੜੀਆਂ ਚਾਹੀਦੀਆਂ ਨੇ। ਇੱਕ ਤਾਂ ਬੱਚੇ ਜਿਹੜਾ ਵੀ ਤੁਹਾਡੇ ਕੋਲੇ ਮਿਰਰ ਹੋਊਗਾ ਉਹ ਮਿਰਰ ਤੋਂ ਇੱਕ ਤਾਂ ਪੈਰਲਲ ਰੇ ਆਫ ਲਾਈਟ, ਕਿਉਂਕਿ ਸਾਨੂੰ ਪਤਾ ਪੈਰਲਲ ਰੇ ਆਫ ਲਾਈਟ ਹਮੇਸ਼ਾ ਕੀ ਚੋਂ ਪਾਸ ਕਰਦੀ ਹੈ, ਫੋਕਸ ਤੋਂ। ਦੂਸਰਾ ਤੁਸੀਂ ਕੀ ਹੈ, ਜਿਹੜੀ ਰੇ ਆਫ ਲਾਈਟ ਆ ਉਹ ਇਸ ਪੋਲ ਦੇ ਤੇ ਇਨਸੀਡੈਂਟ ਕਰਾਉਣੀ ਹੈ। ਇਸ ਤਰੀਕੇ ਨਾਲ ਪੋਲ ਤੇ ਇਨਸੀਡੈਂਟ ਕਰਾ ਸਕਦੇ ਹੋ। ਜੇ ਪੋਲ ਤੇ ਇਨਸੀਡੈਂਟ ਕਰਾਇਆ ਕਰੋਗੇ ਤੁਹਾਨੂੰ ਪਤਾ ਇਹ ਵਾਲਾ ਕੀ ਆ ਨਾਰਮਲ ਹੋ ਗਿਆ ਨਾ, ਕਿਉਂਕਿ ਸੈਂਟਰ ਨਾਲ ਮੀਟ ਕਰ ਰਿਹਾ, ਤਾਂ ਇਹ ਐਂਗਲ ਆਫ ਇਨਸੀਡੈਂਸ ਤੇ ਇੱਥੋਂ ਕੀ ਹੋਏਗਾ, ਰੇ ਆਫ ਲਾਈਟ ਰਿਫਲੈਕਟ ਹੋ ਜਾਏਗਾ। ਤਾਂ ਦੋ ਲਾਈਨਸ ਹਮੇਸ਼ਾ ਧਿਆਨ ਰੱਖਿਓ, ਇੱਕ ਤਾਂ ਪੈਰਲਲ ਟੂ ਪ੍ਰਿੰਸੀਪਲ ਐਕਸਿਸ, ਇੱਕ ਪੋਲ ਤੇ ਸਟ੍ਰਾਈਕ ਕਰਾਉਣੀ ਹੈ। ਹੁਣ ਸਟ੍ਰਾਈਕ ਹੋਣ ਦਾ ਮਤਲਬ ਕੀ ਹੈ ਕਿ ਇਸ ਸਾਈਡ ਕੋਈ ਆਬਜੈਕਟ ਪਿਆ, ਮਤਲਬ ਤੁਸੀਂ ਆਪਣੇ ਆਪ ਨੂੰ ਕਹਿ ਲਓ, ਜਾਂ ਕੋਈ ਕੈਂਡਲ ਪਈ ਹੈ, ਉੱਥੋਂ ਲਾਈਟ ਆ ਰਹੀ ਹੈ। ਇੱਕ ਲਾਈਟ ਤਾਂ ਅਸੀਂ ਮੰਨ ਲਈ ਵੀ ਕਿਹਦੇ ਆ ਰਹੀ ਹੈ, ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆ ਰਹੀ ਹੈ। ਇੱਕ ਰੇ ਆਫ ਲਾਈਟ ਅਸੀਂ ਕੀ ਮੰਨ ਲੈਣੇ ਵੀ ਪੋਲ ਤੇ ਫਾਲ ਕਰ ਰਹੀ ਹੈ। ਜਦੋਂ ਦੋ ਰੇ ਆਫ ਲਾਈਟਸ ਰਿਫਲੈਕਟ ਹੋ ਕੇ ਇੱਕ ਪਾਰਟਿਕੂਲਰ ਪੁਆਇੰਟ ਤੇ ਮੀਟ ਕਰਨਗੀਆਂ ਤਾਂ ਉੱਥੇ ਸਾਡੇ ਕੋਲੇ ਕੀ ਬਣੂਗੀ, ਇਮੇਜ। ਤਾਂ ਇਹਦੇ ਵਿੱਚ ਅਸੀਂ ਕੀ ਕਰਾਂਗੇ, ਹੁਣ ਦੇਖੋ ਇੱਕ ਤਾਂ ਰੇ ਆਫ ਲਾਈਟ ਅਸੀਂ ਬਿਲਕੁਲ ਪੈਰਲਲ, ਉਹਦੀ ਪ੍ਰਿੰਸੀਪਲ ਐਕਸਿਸ ਕੀ ਹੈ, ਇਸ ਕਨਕੇਵ ਮਿਰਰ ਤੇ ਇਨਸੀਡੈਂਟ ਕਰਾਤੀ ਲਾਈਕ ਦਿਸ। ਤਾਂ ਸਾਨੂੰ ਪਤਾ ਵੀ ਜਿਹੜੀ ਇਹ ਰੇ ਆਫ ਲਾਈਟ ਹੈ ਬੱਚੇ, ਇਹ ਕਿਹਦੇ ਵਿੱਚੋਂ ਪਾਸ ਕਰੂਗੀ, ਇਹ ਪਾਸ ਕਰੂਗੀ ਫੋਕਸ ਤੋਂ। ਇਸ ਤਰੀਕੇ ਨਾਲ ਮੈਂ ਇਹਨੂੰ ਫੋਕਸ ਤੋਂ ਪਾਸ ਕਰਾਂ। ਅੱਛਾ, ਦੂਸਰੀ ਰੇ ਆਫ ਲਾਈਟ ਬੱਚੇ ਸਾਨੂੰ ਪਤਾ ਕੀ ਚੋਂ ਪਾਸ ਕਰਾਉਣੀ ਹੈ ਅਸੀਂ, ਪੋਲ ਚੋਂ। ਤਾਂ ਇੱਥੋਂ ਇੱਕ ਰੇ ਆਫ ਲਾਈਟ ਆਈ, ਇਹ ਮੈਂ ਪੋਲ ਚੋਂ ਪਾਸ ਕਰਾ ਲਾਈਕ ਦਿਸ। ਤਾਂ ਬੱਚੇ ਦੇਖੋ ਅਪਰੋਕਸੀਮੇਟ, ਇਹ ਨਹੀਂ ਡੀ ਨਾਲ ਮੈਜ਼ਰ ਕਰਨਾ ਹੈ, ਅਪਰੋਕਸੀਮੇਟ ਜਿੰਨੇ ਕੁ ਐਂਗਲ ਤੇ ਇਹ ਰੇ ਆਫ ਲਾਈਟ ਕੀ ਆਈ ਹੈ, ਮਤਲਬ ਇਹ ਵਾਲਾ ਐਂਗਲ ਹੋ ਗਿਆ ਐਂਗਲ ਆਫ ਇਨਸੀਡੈਂਸ, ਉਨੇ ਹੀ ਐਂਗਲ ਦੇ ਤੁਸੀਂ ਕੀ ਹੈ ਅਪਰੋਕਸੀਮੇਟ ਰਿਫਲੈਕਟ ਕਰਾ ਦਿਓ ਰੇ ਆਫ ਲਾਈਟ ਨੂੰ। ਆ ਦੇਖੋ ब्लैक कलर वाली सुनो रे ऑफ लाइट दिख रही है, ये भी की है एक रिफ्लेक्टेड रे है, ते सेकंड वाली ये भी की एक रिफ्लेक्टेड रे है। जिथे भी बच्चे दो रिफ्लेक्टेड रेज आपस दे विच इंटरसेक्ट करना, उस पोजीशन ते साडी इमेज बनती है। ते देखो इमेज की है प्रिंसिपल एक्सिस तो नीचे बनी है ना, तो इमेज बच्चे की है पुठी होगी, मतलब एरो फिर एवें लगावांगे, इत्थे लिखांगे असीं ए डैश, इत्थे लिखांगे बी डैश। इस तरीके नाल असीं इमेज फॉर्मेशन करनी है। तो हुण असीं की लिखांगे, पहला तां पोजीशन ऑफ इमेज। देखो पोजीशन ऑफ इमेज तुहानूं मैं दस्सिया सी ना भी बिटवीन सी एंड एफ बनती है, चेक करके देखो ऑब्जेक्ट कित्थे रखिया बिहाइंड सी, इमेज कित्थे बनी है बिटवीन सी एंड एफ, तो ये आंसर आऊगा बिटवीन सी एंड एफ। अच्छा नेचर किहो जिहा होएगा, अज तुसीं बना के देखणियां ने, फिर तुहानूं आउणगीਆਂ नेचर ऑफ इमेज। तो बच्चे की है देखो एक्चुअली रे ऑफ लाइट्स जिथे मीट की सी उत्थे इमेज बनाई है, तो दैट मीनस की होएगी रियल, ते रियल दे नाल पक्का की होएगी इन्वर्टेड। अच्छा साइज, साइज बच्चे इहदा ऑब्जेक्ट तो स्मॉल होंदा है, तो तुसीं की लिखोगे स्मॉल इन साइज। किसी भी स्टूडेंट नूं अगर किसी भी तरीके की कोई भी प्रॉब्लम है तो पूछ सकता जी। एक्सक्यूज मी सर। हाँ जी हाँ जी बोलो जी। सर दूजी रे सर पोल चों क्यों पास कराई है? बच्चे ये रूल्स होंदे ने, मतलब असी की चाहुंदे हां, असी चाहुंदे भी रे ऑफ लाइट ना किसी भी पॉइंट तो स्ट्राइक करके वापस जाऊगी ते साडे कोले की इमेज बनूगी, है ना। तो असी हमेशा रूल्स बना ले, सानू पता है जो भी पैरेलल रे ऑफ लाइट की है फॉलो कराने असी तो फोकस तो पास कर दी है। तो एक मैं पैरेलल रे ऑफ लाइट की है पास कराई तो फोकस तो पास कर गई। मैनू एक दूसरी रे ऑफ लाइट भी चाहिए है ਜਿਹੜੀ ਕੀ ਹੈ जाके उस रे ऑफ लाइट ਨੂੰ ਪਹਿਲਾਂ ਵਾਲੀ रे ऑफ लाइट ਨੂੰ इंटरसेक्ट करे, ਤਾਂ मैं अपने ਵੱਲੋਂ ਕੀ ਆਪਸ਼ਨ ਬਣਾ ਲਈ ਵੀ ਉਹ ਪੋਲ ਨੂੰ ਪਾਸ ਕਰਾ ਲਈਏ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਪੋਲ 'ਚ ਹੀ ਪਾਸ ਕਰਨੀ ਹੈ, ਤੁਸੀਂ ਇਸ ਮਿਰਰ ਦੇ ਕਿਸੇ ਵੀ ਪੁਆਇੰਟ ਤੇ ਕੀ ਹੈ ਜਿਹੜੀ ਰੇ ਆਫ ਲਾਈਟ ਹੈ ਤੁਸੀਂ ਕੀ ਹੈ ਉਹ ਫਾਲ ਕਰਾ ਸਕਦੇ ਹੋ। ਬਟ ਧਿਆਨ ਰੱਖਣਾ ਪਊਗਾ ਵੀ ਤੁਹਾਡਾ ਫਿਰ ਉਹ ਐਂਗਲ ਆਫ ਇਨਸੀਡੈਂਸ ਤੇ ਐਂਗਲ ਆਫ ਰਿਫਲੈਕਸ਼ਨ ਸੇਮ ਹੋਵੇ। ਰਿਫਲੈਕਸ਼ਨ ਕਰਾ ਦਿਓ, ਇਮੇਜ ਫਿਰ ਵੀ ਇੱਥੇ ਹੀ ਬਣੇ। ਇਹ ਸੌਖਾ ਤਰੀਕਾ ਹੈ ਵੀ ਇੱਕ ਪੈਰਲਲ ਭੇਜੋ, ਇੱਕ ਪੋਲ ਤੇ ਭੇਜੋ। एक तरीका होर भी हुंदा है भी सेंटर ऑफ करवेचर जो पास करा दो। जे सेंटर ऑफ करवेचर जो पास करवाओगे, कई बुक्स दे विच ऐदा भी हुंदा है, मतलब आपां नूं पता जिहड़ा सेंटर ऑफ करवेचर है नॉर्मल है ना, सेंटर ऑफ करवेचर की है नॉर्मल। ते मैं तुहानूं दस्सिया सी जे नॉर्मली रे ऑफ लाइट आवे तो नॉर्मली वापस जांदी है, क्योंकि एंगल ऑफ इंसीडेंस भी जीरो हुंदा है, एंगल ऑफ रिफ्लैक्शन भी जीरो हुंदा। जिहड़ा तुहानूं टेस्ट भेजिया सी उहदे विच भी सीगा।
ਤਾਂ ਜੇ ਤੁਸੀਂ ਇੱਥੋਂ ਕੀ ਹੈ ਰੇ ਆਫ ਲਾਈਟ ਇਦਾਂ ਫੋਲੋ ਕਰਾਓਗੇ ਨਾ ਸੈਂਟਰ ਆਫ ਕਰਵੇਚਰ ਤੋਂ, ਤਾਂ ਅਪਰੋਕਸੀਮੇਟ ਦੇਖੋ, ਕਿਉਂਕਿ ਮੈਂ ਇਹਦੇ ਨਾਲ ਬਣਾ ਰਿਹਾ ਨਾ ਥੋੜਾ ਜਿਹਾ ਫਰਕ ਹੈਗਾ। ਮਤਲਬ ਹੁਣ ਇੱਥੇ ਮਿਰਰ ਹੈ ਨਹੀਂਗਾ, ਬਸ ਫਿਰ ਇਹਨੂੰ ਇੱਥੇ ਹੀ ਛੱਡ ਦਿਓ। ਮਤਲਬ ਆਹ ਸੈਂਟਰ ਆਫ ਕਰਵੇਚਰ ਹੋ ਗਿਆ, ਤਾਂ ਇਹ ਰੇ ਆਫ ਲਾਈਟ ਬੱਚੇ ਇਦਾਂ ਹੀ ਜਾਊਗੀ, ਇਦਾਂ ਹੀ ਵਾਪਸ ਆਊਗੀ। ਕਿਉਂਕਿ ਜੇ ਇਹ ਮਿਰਰ ਥੋੜਾ ਜਿਹਾ ਅਸੀਂ ਵੱਡਾ ਬਣਾਵਾਂਗੇ ਇਸ ਤਰੀਕੇ ਦੇ ਨਾਲ, ਤੇ ਨਾਰਮਲੀ ਮਿਰਰ ਤੇ ਫਾਲ ਕਰੂਗੀ ਤੇ ਵਾਪਸ ਜਾਓ। ਤਾਂ ਵੀ ਦੇਖੋ, ਤਾਂ ਵੀ ਰੇ ਆਫ ਲਾਈਟ ਇਸੇ ਪੁਆਇੰਟ ਤੇ ਜਾ ਕੇ ਇੰਟਰਸੈਕਟ ਹੋ, ਪਰ ਸੈਂਟਰ ਆਫ ਕਰਵੇਚਰ ਨਾਲ ਨਾ ਡਾਇਗਰਾਮਸ ਕੰਪਲਿਕੇਟਡ ਹੋ ਜਾਂਦੀਆਂ ਨੇ, ਇਸੇ ਕਰਕੇ ਯੂਜ਼ ਨਹੀਂ ਕਰਦੇ। ਹੁਣ ਤੁਸੀਂ ਸਾਰੇ ਕੇਸਿਸ ਬਣਾਉਣੇ ਨੇ ਜਿਹੜੇ ਮੈਂ ਬਣਾਏ ਨੇ, ਇੱਕ ਪੈਰਲਲ ਰੇ ਆਫ ਲਾਈਟ ਭੇਜਣੀ ਹੈ, ਇੱਕ ਪੋਲ ਤੇ ਸਟ੍ਰਾਈਕ ਕਰਨੀ ਹੈ, ਸਾਰੀਆਂ ਇਮੇजेस ਬਣਾ ਕੇ ਦੇਖਣੀਆਂ ਨੇ ਕਿ ਜਿਹੜੇ ਮੈਂ ਕੇਸਿਸ ਬਣਾਏ ਨੇ ਉਹ ਇਮੇजेस ਬਣਦੀਆਂ ਨੇ। ਜੇ ਤਾਂ ਬਣਦੀਆਂ ਨੇ ਵੈਲ ਐਂਡ ਗੁੱਡ, ਨਹੀਂ ਮੈਂ ਕੱਲਾ ਕੱਲੀ ਇਮੇਜ ਮੈਂ ਬਣਵਾਉਂਗਾ। ਇਜ਼ ਇਟ ਕਲੀਅਰ ਟੂ ਆਲ? Yes, sir. ਠੀਕ ਹੈ ਜੀ, Yes, sir. Yes, sir. ਥੈਂਕ ਯੂ, ਟੇਕ ਕੇਅਰ। Thank you, sir. Thank you, sir.